ਤੁਸੀਂ ਮੰਨਦੇ ਹੋ ਹੁਣ ਰਿਫਿਊਜ਼ਲ ਦੀ ਰੇਸ਼ੋ ਵਧੇਗੀ ਯੂਕੇ ਦੇ ਵੀਜ਼ਿਆਂ ਦੀ? ਜਿਹੜਾ ਬੱਚਾ ਜਿਹੜੇ ਕੋਰਸ ਪੜ੍ਹਨ ਲਈ ਜਾ ਰਿਹਾ ਯੂਕੇ ਦੀ ਇੱਕ 3 ਸਾਲ ਦੀ ਅਗਰ +2 ਵਾਲੇ ਬੱਚੇ ਦੀ ਪੜ੍ਹਾਈ 35 ਤੋਂ 40 ਲੱਖ ਰੁਪਏ ਦੀ ਹੈ, ਉਹ 40 ਲੱਖ ਰੁਪਏ ਕੀ ਜੁਗਾੜ ਹੈ ਤੁਹਾਡੇ ਕੋਲ, ਕਿੱਥੋਂ ਆਣਗੇ ਪੈਸੇ? ਉਹ ਵੀ ਦੱਸਣਾ ਪਏਗਾ। ਅਗਰ ਸਪਾਊਸ ਨਾਲ ਜਾ ਰਿਹਾ ਹੈ ਤਾਂ ਨਾਲ ਕਿਉਂ ਜਾ ਰਿਹਾ ਹੈ? ਅਗਰ ਵਿਆਹ ਇੱਕ ਦਿਨ ਪੁਰਾਣਾ ਕਿੱਦਾਂ ਪੁਰਾਣਾ ਹੋ ਗਿਆ? ਤਾਂ ਉਹ ਸਾਰੀ ਗੱਲਾਂ ਹੁਣ ਬੱਚਿਆਂ ਨੂੰ ਸੋਚ ਸਮਝ ਕੇ ਕਰਨੀ ਪੈਣੀ। ਸਭ ਤੋਂ ਵੱਧ ਜਿਨ੍ਹਾਂ ਨੇ ਯੂਕੇ ਜਾਣਾ ਆਪਣੀ ਪ੍ਰੋਫਾਈਲ ਵਧੀਆ ਤਰੀਕੇ ਨਾਲ ਬਣਾ ਕੇ ਲਗਾਉਣ, ਤਾਂ ਹੀ ਵੀਜ਼ਾ ਆਏਗਾ। ਯੂਕੇ ਅਦਰਵਾਈਜ਼ ਸਭ ਦੇ ਲਈ ਬੰਦ ਹੈ। ਦੇਖਣ ਨੂੰ ਮਿਲਦਾ ਸੀਗਾ ਨਾ ਕਿ ਵਿਆਹ ਹੀ ਲੋਕ ਬਾਹਰ ਜਾਣ ਪਿੱਛੇ ਕਰਾਉਂਦੇ ਸੀ, ਕੰਟਰੈਕਟ ਮੈਰਿਜਸ ਹੋਣ ਲੱਗ ਗਈਆਂ ਸੀਗੀਆਂ। ਕੋਈ ਪਤਾ ਨਹੀਂ ਵੀ ਕਿਹੜੇ ਸ਼ਹਿਰ ਦੇ ਵਿੱਚ ਜਾਣਾ, ਬਸ ਬਾਹਰ ਜਾਣਾ, ਵਿਆਹ ਕਰਾ ਲਓ, ਕੁੜੀ ਮੈਨੂੰ ਬਾਹਰ ਲੈ ਜਾਊਗੀ ਜਾਂ ਮੁੰਡਾ ਮੈਨੂੰ ਬਾਹਰ ਲੈ ਜਾਏਗਾ, ਇਹੀ ਸਭ ਚੱਲਦਾ ਸੀਗਾ। ਜਿਨ੍ਹਾਂ ਦਾ ਵਿਆਹ ਇੱਕ ਦਿਨ ਪੁਰਾਣਾ ਸੀ, ਜਿਨ੍ਹਾਂ ਪੜ੍ਹਾਈ ਵੀ 10 ਸਾਲ ਦਾ ਗੈਪ ਸੀ, ਅੱਜ ਜਿਹੜੀ ਸਟੂਡੈਂਟ ਨੂੰ ਹਰ ਚੀਜ਼ ਦੀ ਜਸਟੀਫਿਕੇਸ਼ਨ ਦੇਣੀ ਪਏਗੀ ਕਿ ਉਹਨੇ ਯੂਕੇ ਕਿਉਂ ਜਾਣਾ ਹੈ, ਉਹਨੇ ਕੋਰਸ ਕਿਉਂ ਚੂਜ਼ ਕੀਤਾ, ਉਹਦੇ ਕੋਲ ਪੈਸੇ 28 ਦਿਨ ਪੁਰਾਣੇ ਕਿੱਥੋਂ ਆਏ, ਉਹਦੇ ਕੋਲੋਂ ਅਗਲੇ ਸਾਲ ਪੈਸੇ ਕਿੱਥੋਂ ਆਣਗੇ। ਇਹ ਸਾਰੇ ਸੋਰਸ ਦੇ ਨਾਲ ਹੁਣ ਵੀਜ਼ਾ ਆਏਗਾ। ਤੇ ਅੱਜ ਦੀ ਰੇਟ ਵਿੱਚ ਜਿਹੜੀ ਉਹ ਐਡ ਚੱਲ ਰਹੀ ਸੀਗੀ, ਹੋਰ ਆਉਣ ਵਾਲੇ 2-4 ਦਿਨਾਂ ਵਿੱਚ ਤੁਹਾਨੂੰ ਐਡ ਬੰਦ ਹੋ ਜਾਏਗੀ ਔਰ ਫਿਰ ਤੋਂ ਦੁਬਾਰਾ ਕੋਈ ਨਵੇਂ ਮੁਲਕ ਦੀ ਐਡ ਸ਼ੁਰੂ ਹੋ ਜਾਏਗੀ। ਤੁਸੀਂ ਤੇ ਮੈਂ ਇੱਥੇ ਹੀ ਬੈਠੇ ਹਾਂ, ਕੁਝ ਦਿਨ ਬਾਅਦ ਆਪਾਂ ਨੂੰ ਕੁਝ ਦਿਨ ਕੀ ਬਾਅਦ ਇੱਕ ਦਿਨ ਦੇ ਅੰਦਰ ਤੁਹਾਨੂੰ ਐਡ ਹੋਣੀ ਬੰਦ ਹੋ ਜਾਏਗੀ। ਮੁਲਕ ਜਾਗੇਗਾ ਜਿੱਥੇ ਵਿੱਚ ਐਡ ਚੱਲੇਗੀ। ਜੀ ਪੰਜਾਬੀ ਬੜੇ ਜਗਾੜੀ ਹੁੰਦੇ ਨੇ, ਤੁਹਾਨੂੰ ਨਹੀਂ ਲੱਗਦਾ ਏਜੰਟ ਇਹਦਾ ਵੀ ਕੋਈ ਨਾ ਕੋਈ ਜਗਾੜ ਲੱਭ ਹੀ ਲੈਣਗੇ? ਜਿਹੜੇ ਬੰਦੇ ਨੇ ਨਹੀਂ ਜਾਣਾ ਉਹ ਵੀ ਐਡ ਦੇਖ ਰਿਹਾ। ਤਾਂ ਹਾਈ ਕਮਿਸ਼ਨ ਦੇ ਵਿੱਚ ਬੰਦੇ ਸਾਡੇ ਵਰਗੇ, ਤੁਹਾਡੇ ਮੇਰੇ ਵਰਗੇ ਲੋਕ ਬੈਠੇ ਆ, ਐਡ ਦੇਖ ਰਹੇ ਆ, ਦੇਖ ਕੇ ਹੱਸਦੇ ਹੋਣੇ ਆ ਕਿ ਭਰਾ 2 ਲੱਖ ਹੀ ਤਾਂ ਕੋਈ ਯੂਕੇ ਜਾ ਨਹੀਂ ਸਕਦਾ, ਇਹ ਐਡ ਕਿੰਨੇ ਚਲਾਤੀ। ਤਾਂ ਕਿਤੇ ਨਾ ਕਿਤੇ ਉਹ ਸਾਰੀ ਪਾਲਿਸੀ ਨੂੰ ਬਣ ਕੇ ਜਿਹੜੀ ਪਾਲਿਸੀ ਬਣੀ ਹੈ ਸਟੂਡੈਂਟ ਲਈ ਵਧੀਆ ਹੈ, ਪਰ ਉਹਨਾਂ ਲਈ ਵਧੀਆ ਜਿਹੜੇ ਜੈਨੂਇਨ ਸਟੂਡੈਂਟ ਹੈ। ਐਡ ਕੀ ਬਦਲੀ? ਤੁਸੀਂ 40% ਨੰਬਰ ਹੈ, ਆ ਜਾਓ। ਤੁਹਾਡਾ ਵਿਆਹ ਇੱਕ ਦਿਨ ਪੁਰਾਣਾ ਹੈ, ਆ ਜਾਓ। ਤੁਸੀਂ ਵਿਆਹ ਕਰਾਉਣ ਬਾਰੇ ਸੋਚ ਰਹੇ ਹੋ, ਆ ਜਾਓ। ਅੰਬੈਸੀ ਸਾਡੇ ਵਰਗੇ ਲੋਕ ਬੈਠੇ ਹੈ ਜੋ ਸਾਰੇ ਚੀਜ਼ਾਂ ਨੂੰ ਵਾਚ ਕਰਦੇ ਹੈ। ਉਹ ਜਿਹੜੀ ਪਾਲਿਸੀ ਬਣ ਕੇ ਹੁਣ ਆਈ ਹੈ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦਾ ਇੱਕ ਨਿਚੋੜ ਜਿਹੜਾ ਨਿਕਲਦਾ ਨਾ, ਉਹਨਾਂ ਦੀ ਜਿਹੜੀ ਪਾਲਿਸੀ ਆ, ਉਹਨਾਂ ਨੂੰ ਪਾਲਿਸੀ ਨੂੰ ਜੋੜ ਕੇ ਇੱਕ ਇੱਦਾਂ ਦੀ ਪਾਲਿਸੀ ਆਈ ਹੈ ਜਿਨ੍ਹਾਂ ਵਿੱਚ ਇੱਦਾਂ ਦੇ ਕੈਟੇਗਰੀ ਦੇ ਬੰਦੇ ਨਹੀਂ ਹੁਣ ਜਾਣਗੇ। ਕੁਝ ਕੰਸਲਟੈਂਟ ਨੇ, ਕੁਝ ਯੂਨੀਵਰਸਿਟੀਜ਼ ਨੇ ਕੀ ਕੀਤਾ, ਨਾ ਯੂਨੀਵਰਸਿਟੀ ਪਰਸੈਂਟੇਜ 'ਤੇ ਧਿਆਨ ਦਿੱਤਾ, ਨਾ ਉਹਨਾਂ ਨੇ ਫੰਡ ਮੰਗੇ। ਯੂਨੀਵਰਸਿਟੀ ਨਾਲ ਸੈਟਿੰਗ ਕਰਕੇ ਆਪਣੇ ਬਿਹਾਫ 'ਤੇ ਹੀ ਆਫਰ ਲੈਟਰਾਂ ਕਢਾਤੀਆਂ, 2-2 ਹਜ਼ਾਰ ਪਾਊਂਡ ਭਰ ਕੇ ਕੈਸ਼ ਲੈਟਰ ਮੰਗਵਾਤੇ, ਫਾਈਨੈਂਸ਼ੀਅਲਸ ਭੇਜੇ ਨਹੀਂ, ਅੰਬੈਸੀ ਵਿੱਚ ਜਾਲੀ ਫੰਡ ਲਾਤੇ ਤੇ ਉਹਨਾਂ ਦਾ ਵੀਜ਼ਾ ਆਉਣ ਲੱਗ ਗਿਆ। ਐਡ ਵੱਧ ਗਈ ਕਿਉਂਕਿ ਪੈਸਾ ਕਮਾਈ ਜ਼ਿਆਦਾ ਹੋ ਗਈ, ਉਸ ਦੇ ਨਾਲ ਇਹ ਸਾਰਾ ਸਿਸਟਮ ਬੰਦ ਹੋ ਗਿਆ। ਜਿਹੜਾ ਸੀਗਾ 28 ਦਿਨ ਪੁਰਾਣੇ ਫੰਡਾਂ ਦਾ ਰੋਲ, ਹੁਣ ਹਾਈ ਕਮਿਸ਼ਨ ਕਹਿ ਰਹੀ ਹੈ ਕਿ ਅਗਰ ਤੁਹਾਡੇ ਕੋਲ 28 ਦਿਨ ਫੰਡ ਪੁਰਾਣੇ ਹੈਗੇ ਹੈ, ਸਾਨੂੰ ਉਹਦਾ ਵੀ ਸੋਰਸ ਮੰਗਾਂਗੇ ਕਿ ਉਹ ਪੈਸਾ ਤੁਹਾਡੇ ਕਿੱਥੋਂ ਆਇਆ। ਪਹਿਲਾਂ ਕੀ ਸੀਗਾ, ਕੰਸਲਟੈਂਟ ਪੈਸੇ ਲੈ ਕੇ ਫੰਡ ਸ਼ੋਅ ਕਰ ਦਿੰਦੇ ਸੀਗੇ, ਖਾਤੇ 'ਚ ਪੈਸੇ ਪਾਤੇ, 28 ਦਿਨ ਪੁਰਾਣੇ ਕੀਤੇ, ਵੀਜ਼ਾ ਅਪਲਾਈ ਕੀਤਾ, ਵੀਜ਼ਾ ਆ ਗਿਆ, ਵਿਆਜ ਮੋਟਾ ਲੈ ਲਿਆ। ਹੁਣ ਉਹ ਸਿਸਟਮ ਹੋ ਗਿਆ ਬੰਦ। ਅਕਸਰ ਹੀ ਤੁਸੀਂ ਸੋਸ਼ਲ ਮੀਡੀਆ ਤੇ ਟੀਵੀ ਚੈਨਲਾਂ ਤੇ ਅਖਬਾਰਾਂ ਤੇ ਐਡਾਂ ਦੇਖਦੇ ਹੋਵੋਗੇ ਕਿ ਯੂਕੇ ਵਾਸਤੇ ਹੁਣ 2 ਲੱਖ ਦੇ ਵਿੱਚ ਤੁਹਾਨੂੰ ਭੇਜ ਦਿੱਤਾ ਜਾਏਗਾ, ਬਿਨਾਂ ਆਈਲੈਟਸ ਤੋਂ ਭੇਜ ਦਿੱਤਾ ਜਾਏਗਾ, ਸਪਾਊਸ ਦੇ ਨਾਲ ਭੇਜ ਦਿੱਤਾ ਜਾਏਗਾ, 7 ਸਾਲ ਵਾਲੇ ਗੈਪ ਨੂੰ ਵੀ ਜਿਹੜਾ ਯੂਕੇ ਭੇਜ ਦਿੱਤਾ ਜਾਏਗਾ। ਅਕਸਰ ਹੀ ਤੁਸੀਂ ਇੱਦਾਂ ਦੀਆਂ ਐਡਸ ਆਪਣੇ ਟੀਵੀ ਸਕਰੀਨਾਂ ਤੇ, ਸੋਸ਼ਲ ਮੀਡੀਆ ਤੇ, ਫੋਨਸ ਤੇ, ਵਟਸਐਪ ਗਰੁੱਪਸ ਤੇ ਜਾਂ ਅਖਬਾਰਾਂ ਦੇ ਵਿੱਚ ਸੁਣਦੇ ਹੋਵੋਗੇ। ਪਰ ਦੱਸ ਦਈਏ ਕਿ ਹੁਣ ਇੱਕ ਮਾੜੀ ਖਬਰ ਹੈ ਉਹਨਾਂ ਲੋਕਾਂ ਵਾਸਤੇ ਜੋ ਇਸ ਗੈਪ ਦੇ 7 ਸਾਲਾਂ ਦੇ ਗੈਪ ਦੇ ਵਿੱਚ ਬੱਚਿਆਂ ਨੂੰ ਭੇਜਦੇ ਸੀ, 2 ਲੱਖ ਦੇ ਵਿੱਚ ਯੂਕੇ ਭੇਜਦੇ ਸੀਗੇ। ਉਹਨਾਂ ਲੋਕਾਂ ਵਾਸਤੇ ਇੱਕ ਬੇहद ਮਾੜੀ ਖਬਰ ਹੈ। ਯੂਕੇ ਨੇ ਆਪਣੀਆਂ ਪਾਲਿਸੀ ਦੇ ਵਿੱਚ ਤਬਦੀਲੀ ਕੀਤੀ ਹੈ। ਕੁਝ ਦਿਨ ਪਹਿਲਾਂ ਅਸੀਂ ਆਪਣੇ ਚੈਨਲ ਰਾਹੀਂ ਵੀ ਤੁਹਾਨੂੰ ਦੱਸਿਆ ਸੀਗਾ, ਇਮੀਗ੍ਰੇਸ਼ਨ ਐਕਸਪਰਟ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੇ ਉਸ ਦੇ ਵਿੱਚ ਦੱਸਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਯੂਕੇ ਆਪਣੀਆਂ ਪਾਲਿਸੀਜ਼ ਨੂੰ ਸਖਤ ਕਰ ਦੇਵੇ। ਪਰ ਉਹਨਾਂ ਦੀ ਭਵਿੱਖਬਾਣੀ ਸੱਚ ਹੋਈ ਹੈ। ਯੂਕੇ ਨੇ ਆਪਣੀਆਂ ਪਾਲਿਸੀਆਂ ਸਖਤ ਕੀਤੀਆਂ ਨੇ। ਕੀ ਹੁਣ ਤਬਦੀਲੀ ਉਹਨੇ ਰੂਲਸ ਐਂਡ ਰੈਗੂਲੇਸ਼ਨ ਦੇ ਵਿੱਚ ਕੀਤੀ ਹੈ, ਇਸ ਦੀ ਜਾਣਕਾਰੀ ਆਪਾਂ ਲਵਾਂਗੇ ਇਮੀਗ੍ਰੇਸ਼ਨ ਐਕਸਪਰਟ ਹਨੀਸ਼ ਉੱਪਲ ਜੀ ਤੋਂ। ਹਨੀਸ਼ ਜੀ, ਤੁਹਾਡੀ ਭਵਿੱਖਬਾਣੀ ਸੱਚ ਹੋਈ ਹੈ। ਤੁਸੀਂ ਲਾਸਟ ਟਾਈਮ ਆਪਾਂ ਜਦੋਂ ਯੂਕੇ ਦੀ ਗੱਲ ਕੀਤੀ ਸੀ, ਤੁਸੀਂ ਕਿਹਾ ਸੀਗਾ ਕਿ ਹਾਲਾਤਾਂ ਤੋਂ ਦਿਖ ਰਿਹਾ ਕਿ ਯੂਕੇ ਆਉਣ ਵਾਲੇ ਸਮੇਂ ਦੇ ਵਿੱਚ ਸਖਤ ਹੋ ਸਕਦਾ। ਵਾਕਈ ਤੁਹਾਡੀ ਗੱਲ ਸੱਚ ਹੋਈ ਹੈ? ਸਾਨੂੰ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਦੇਖੋ, ਸਭ ਤੋਂ ਵੱਡੀ ਗੱਲ ਹੈ ਜਿਹੜੀ ਐਡ ਚੱਲ ਰਹੀ ਸੀ ਉਹ ਤੁਸੀਂ ਬਿਲਕੁਲ ਸਹੀ ਸਟਾਰਟ ਕੀਤਾ। ਜਿਹੜੀ 2 ਲੱਖ ਦੇ ਵਿੱਚ ਯੂਕੇ ਜਾਓ, ਇੱਕ ਦਿਨ ਪੁਰਾਣੇ ਵਿਆਹ 'ਤੇ ਜਾਓ, 28 ਦਿਨ ਪੁਰਾਣੇ ਫੰਡਾਂ 'ਤੇ ਜਾਓ, ਬਿਨਾਂ ਆਈਲੈਟਸ ਹੋ ਜਾਓ, ਉਹ ਜਿਹੜੀ ਐਡ ਇੰਨੀ ਚੱਲ ਰਹੀ ਸੀ ਉਸ ਐਡ 'ਤੇ ਅੱਜ ਵਿਰਾਮ ਲੱਗ ਗਿਆ। ਹੁਣ ਜਿਹੜਾ ਯੂਕੇ ਨੇ ਹਾਈ ਕਮਿਸ਼ਨ ਨੇ ਰੂਲ ਕੱਢੇ ਹੈ, ਇਹਨਾਂ ਵਿੱਚੋਂ ਕੋਈ ਬੱਚਾ ਨਹੀਂ ਜਾ ਸਕਦਾ। ਯਾਨੀ ਕਿ ਜਿਹੜੇ ਸਟੂਡੈਂਟ ਇਹ ਵਾਲੀ ਕੈਟੇਗਰੀ 'ਚ ਫਾਲ ਕਰਦੇ ਸੀਗੇ, ਇੱਕ ਦਿਨ ਪੁਰਾਣੇ ਵਿਆਹ ਵਾਲੇ, ਬਿਨਾਂ ਆਈਲੈਟਸ ਵਾਲੇ, ਘੱਟ ਨੰਬਰਾਂ ਵਾਲੇ, 40% ਵਾਲੇ,
ਉਹ ਸਾਰੇ ਅੱਜ ਖਤਮ ਹੋ ਗਿਆ ਕੰਮ। ਹੁਣ ਤੁਸੀਂ ਤੇ ਮੈਂ ਇੱਥੇ ਹੀ ਬੈਠੇ ਹਾਂ, ਕੁਝ ਦਿਨ ਬਾਅਦ ਆਪਾਂ ਨੂੰ ਕੁਝ ਦਿਨ ਕੀ ਬਾਅਦ ਇੱਕ ਦਿਨ ਦੇ ਅੰਦਰ ਤੁਹਾਨੂੰ ਐਡ ਹੋਣੀ ਬੰਦ ਹੋ ਜਾਏਗੀ, ਮੁਲਕ ਜਾਗੇਗਾ ਜਿੱਥੇ ਵਿੱਚ ਐਡ ਚੱਲੇਗੀ। ਮਤਲਬ ਹੁਣ ਉਹ ਸਾਰੇ ਏਜੰਟਾਂ ਦੇ ਕੰਮ ਠੱਪ ਹੋ ਗਏ ਨੇ ਜੋ ਇਹਨਾਂ ਚੀਜ਼ਾਂ ਦੇ ਨਾਮ ਤੇ ਲੋਕਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਬਾਹਰ ਭੇਜਦੇ ਸੀ, ਉਹਨਾਂ ਦੇ ਸਾਰਿਆਂ ਦੇ ਕੰਮ ਬੰਦ ਹੋ ਗਏ ਹੁਣ। ਦੇਖੋ ਯੂਕੇ 2 ਸਾਲਾਂ ਤੋਂ ਬਹੁਤ ਅੱਛੇ ਵੀਜ਼ੇ ਦੇ ਰਿਹਾ ਸੀਗਾ, ਬਿਲਕੁਲ ਜਿਸ ਤਰ੍ਹਾਂ ਦੀ ਐਡ ਸੀ ਉਸ ਤਰ੍ਹਾਂ ਦਾ ਕੰਮ ਚੱਲ ਰਿਹਾ ਸੀਗਾ, ਪਰ ਐਡ ਜਿਸ ਤਰ੍ਹਾਂ ਦੀ ਸੀ ਉਸ ਤਰ੍ਹਾਂ ਦਾ ਕੰਮ ਸਿਰਫ 10% ਚੱਲ ਰਿਹਾ ਸੀ। ਪਹਿਲਾਂ ਕੀ ਸੀਗਾ ਜੀ, ਇੱਕ ਦਿਨ ਪੁਰਾਣੀ ਮੈਰਿਜ ਯੂਕੇ ਵਿੱਚ ਅਸੈਪਟੇਬਲ ਹੈ, 28 ਦਿਨ ਪੁਰਾਣੇ ਫੰਡ ਚਾਹੀਦੇ ਹੈ, ਅਤੇ ਆਈਲੈਟਸ ਵਿੱਚੋਂ 65%, ਇੰਗਲਿਸ਼ ਵਿੱਚੋਂ +2 ਦੇ ਵਿੱਚੋਂ ਇੰਗਲਿਸ਼ ਵਿੱਚੋਂ 65% ਚਾਹੀਦਾ ਹੈ। ਇਹ ਸਾਰੀ ਆਪਸ਼ਨ ਸੀਗੀਆਂ, ਅਤੇ ਯੂਨੀਵਰਸਿਟੀਜ਼ ਕੀ ਹੈ ਕੈਸ਼ ਲੈਟਰ ਦਿੰਦੀ ਸੀ, ਟਾਇਰ 4 ਕੈਟੇਗਰੀ ਵੀਜ਼ਾ ਅਪਲਾਈ ਹੁੰਦਾ, ਸਾਨੂੰ ਵੀਜ਼ਾ ਮਿਲ ਜਾਂਦਾ ਸੀਗਾ। ਕੰਸਲਟੈਂਟ ਨੇ ਉਸ ਐਡ ਨੂੰ ਥੋੜ੍ਹਾ ਜਿਹਾ ਹਿਲਾਤਾ, ਵਰਡ ਦੇ ਵਿੱਚ ਹਿਲਾਇਆ ਪਰ ਪੂਰੀ ਐਡ ਹੀ ਬਦਲਤੀ। ਐਡ ਕੀ ਬਦਲੀ, ਤੁਸੀਂ 40% ਨੰਬਰ ਹੈ ਆ ਜਾਓ, ਤੁਹਾਡਾ ਵਿਆਹ ਇੱਕ ਦਿਨ ਪੁਰਾਣਾ ਹੈ ਆ ਜਾਓ, ਤੁਸੀਂ ਵਿਆਹ ਕਰਾਉਣ ਬਾਰੇ ਸੋਚ ਰਹੇ ਹੋ ਆ ਜਾਓ। ਅੰਬੈਸੀ ਸਾਡੇ ਵਰਗੇ ਲੋਕ ਬੈਠੇ ਹੈ ਜੋ ਸਾਰੇ ਚੀਜ਼ਾਂ ਨੂੰ ਵਾਚ ਕਰਦੇ ਹੈ, ਔਰ ਜਿਹੜੀ ਪਾਲਿਸੀ ਬਣ ਕੇ ਹੁਣ ਆਈ ਹੈ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦਾ ਇੱਕ ਨਿਚੋੜ ਜਿਹੜਾ ਨਿਕਲਦਾ ਨਾ, ਉਹਨਾਂ ਦੀ ਜਿਹੜੀ ਪਾਲਿਸੀ ਆ, ਉਹਨਾਂ ਨੂੰ ਪਾਲਿਸੀ ਨੂੰ ਜੋੜ ਕੇ ਇੱਕ ਇੱਦਾਂ ਦੀ ਪਾਲਿਸੀ ਆਈ ਹੈ ਜਿਨ੍ਹਾਂ ਵਿੱਚ ਇੱਦਾਂ ਦੇ ਕੈਟੇਗਰੀ ਦੇ ਬੰਦੇ ਨਹੀਂ ਹੁਣ ਜਾਣਗੇ। ਕੀ ਪਾਲਿਸੀ 'ਚ ਅਜਿਹਾ ਕੀ ਚੇਂਜ ਕੀਤਾ ਜਿਹੜੇ ਇੱਦਾਂ ਦੇ ਜਿਹੜੇ ਏਜੰਟ ਸੀ ਉਹਨਾਂ ਦਾ ਪੱਠਾ ਹੀ ਬਿਠਾ ਕੇ ਰੱਖ ਦਿੱਤਾ? ਦੇਖੋ ਪੱਠਾ ਉਹਨਾਂ ਦਾ ਵੀ ਬੈਠ ਗਿਆ, ਪੱਠਾ ਆਮ ਸਾਡੇ ਵਰਗਿਆਂ ਦਾ ਵੀ ਬੈਠੇਗਾ। ਮਾਰਕੀਟ ਦੇ ਵਿੱਚ ਜੋ ਹਾਲਾਤ ਸੀਗੇ, ਜਿਸ ਤਰ੍ਹਾਂ ਦਾ ਮਾਰਕੀਟਿੰਗ ਕੰਮ ਸੀ, ਪਾਲਿਸੀ ਕੀ ਸੀਗੀ, ਸਾਡੇ ਕੋਲ 2 ਕੈਟੇਗਰੀ ਦੇ ਲੋਕ ਆਉਂਦੇ ਆ, ਇੱਕ ਸਿੰਗਲ ਅਪਲਾਈ ਕਰਦਾ, ਇੱਕ ਸਪਾਊਸ ਵੀਜ਼ਾ ਵਿਦ ਫੈਮਿਲੀ ਅਪਲਾਈ ਕਰਦਾ ਸੀ। ਜਿਹੜਾ ਸਿੰਗਲ ਸਟੂਡੈਂਟ ਸੀਗਾ ਉਹਨਾਂ ਦੀ ਯੂਨੀਵਰਸਿਟੀ ਨੇ ਇਨੀਸ਼ੀਅਲ ਰਿਕੁਆਇਰਮੈਂਟ ਰੱਖੀ ਸੀ 65% ਨੰਬਰ ਤੁਹਾਡੇ ਅੰਗਰੇਜ਼ੀ 'ਚੋਂ ਹੋਣ, ਤੁਹਾਡੀ +2 2017 ਦੀ ਪਾਸ ਆਊਟ ਹੋਵੇ, ਤੁਹਾਨੂੰ ਯੂਨੀਵਰਸਿਟੀ ਐਡਮਿਸ਼ਨ ਦੇਗੀ। ਯੂਨੀਵਰਸਿਟੀ ਤੁਹਾਡੀ ਐਡਮਿਸ਼ਨ ਤੁਹਾਡੇ ਪਰਸੈਂਟੇਜ ਦੇ ਆਧਾਰ 'ਤੇ ਦੇਗੀ। ਜਿਸ ਸਟੂਡੈਂਟ ਦੇ 12ਵੀਂ ਦੇ ਵਿੱਚੋਂ 65% ਨੰਬਰ ਨਹੀਂ ਹੈ, 63 ਹੈ, 62 ਹੈ, 60 ਹੈ, ਉਹਦਾ ਯੂਨੀਵਰਸਿਟੀ ਟੈਸਟ ਲੈਂਦੀ ਸੀ। ਇਹ ਇੱਕ ਅੱਛੀ ਯੂਨੀਵਰਸਿਟੀਜ਼ ਦੀ ਕੈਟੇਗਰੀ ਸੀ। ਕੋਈ ਯੂਨੀਵਰਸਿਟੀ 2018 ਤੋਂ ਪਹਿਲੇ ਵਾਲਾ ਬੱਚਾ ਨਹੀਂ ਲੈਂਦੀ ਸੀ। ਇਹ ਉਸ ਦੇ ਨਾਲ ਆਪਾਂ ਨੂੰ 28 ਦਿਨ ਪੁਰਾਣੇ ਫੰਡ ਚਾਹੀਦੇ, ਵੀਜ਼ਾ ਅਪਲਾਈ ਹੁੰਦਾ ਸੀ। ਹੁਣ ਯੂਨੀਵਰਸਿਟੀ ਦੇ ਵਿੱਚ ਕੀ ਸੀਗਾ, ਕੁਝ ਪ੍ਰਾਈਵੇਟ ਇਸ ਤਰ੍ਹਾਂ ਯੂਨੀਵਰਸਿਟੀਆਂ ਸੀਗੀਆਂ ਜਿਨ੍ਹਾਂ ਨੇ 40% ਨਾ ਆਫਰ ਲੈਟਰ ਵੰਡਿਆ, ਜਿਨ੍ਹਾਂ ਨੇ ਫੰਡਾਂ ਦੀ ਅਸੈਸਮੈਂਟ ਵੀ ਨਹੀਂ ਕੀਤੀ। ਕਿਉਂਕਿ ਪਾਲਿਸੀ ਕੀ ਹੈ, ਸਭ ਤੋਂ ਪਹਿਲਾਂ ਪਾਲਿਸੀ ਇਹ ਹੈ ਕਿ ਜਿਹੜੇ ਸਟੂਡੈਂਟ ਨੇ ਬਾਹਰ ਜਾਣਾ ਹੈ ਉਹਦੇ ਕੋਲੋਂ 65% ਨੰਬਰ ਹੋਣੇ ਚਾਹੀਦੇ ਹੈ, 28 ਦਿਨ ਪੁਰਾਣੇ ਫੰਡ ਹੋਣੇ ਚਾਹੀਦੇ ਹੈ, ਫਿਰ ਉਹ ਵੀਜ਼ਾ ਅਪਲਾਈ ਕਰ ਸਕਦਾ। ਉਹਦੇ ਵਿੱਚ ਵੀ ਕੀ ਕੰਡੀਸ਼ਨ ਸੀ, ਬੱਚਾ ਆਪਣੇ ਡਾਕੂਮੈਂਟ ਯੂਨੀਵਰਸਿਟੀ ਨੂੰ ਭੇਜਦਾ ਸੀਗਾ, ਯੂਨੀਵਰਸਿਟੀ ਉਹਦੀ ਪਰਸੈਂਟੇਜ ਦੇ ਆਧਾਰ 'ਤੇ ਜਾਂ ਉਹਦੀ ਇੰਟਰਵਿਊ ਲੈ ਕੇ ਉਹਨੂੰ ਆਫਰ ਲੈਟਰ ਦਿੰਦੀ ਸੀ। ਬੱਚਾ ਆਪਣੀ 6 ਮਹੀਨੇ ਦੀ ਟਿਊਸ਼ਨ ਫੀਸ ਪੇ ਕਰਦਾ ਸੀਗਾ, ਪੇ ਕਰਨ ਤੋਂ ਬਾਅਦ ਉਹਨੂੰ ਉੱਥੋਂ ਦੀ ਨਾਲ ਫਾਈਨੈਂਸ਼ੀਅਲ ਜਿਹੜੇ ਡਾਕੂਮੈਂਟ 28 ਦਿਨ ਪੁਰਾਣੀ ਯੂਨੀਵਰਸਿਟੀ ਨੂੰ ਭੇਜਣੇ ਪੈਂਦੇ ਸੀ, ਉਸ ਤੋਂ ਬਾਅਦ ਕੈਸ਼ ਲੈਟਰ ਆਉਂਦਾ ਸੀਗਾ। ਬਟ ਕੁਝ ਕੰਸਲਟੈਂਟ ਨੇ, ਕੁਝ ਯੂਨੀਵਰਸਿਟੀਜ਼ ਨੇ ਕੀ ਕੀਤਾ, ਨਾ ਯੂਨੀਵਰਸਿਟੀ ਪਰਸੈਂਟੇਜ 'ਤੇ ਧਿਆਨ ਦਿੱਤਾ, ਨਾ ਉਹਨਾਂ ਨੇ ਫੰਡ ਮੰਗੇ, ਯੂਨੀਵਰਸਿਟੀ ਨਾਲ ਸੈਟਿੰਗ ਕਰਕੇ ਆਪਣੇ ਬਿਹਾਫ 'ਤੇ ਹੀ ਆਫਰ ਲੈਟਰਾਂ ਕਢਾਤੀਆਂ, 2-2 ਹਜ਼ਾਰ ਪਾਊਂਡ ਭਰ ਕੇ ਕੈਸ਼ ਲੈਟਰ ਮੰਗਵਾਤੇ, ਫਾਈਨੈਂਸ਼ੀਅਲਸ ਭੇਜੇ ਨਹੀਂ, ਅੰਬੈਸੀ ਵਿੱਚ ਜਾਲੀ ਫੰਡ ਲਾਤੇ, ਅਤੇ ਉਹਨਾਂ ਦਾ ਵੀਜ਼ਾ ਆਉਣ ਲੱਗ ਗਿਆ। ਐਡ ਵੱਧ ਗਈ ਕਿਉਂਕਿ ਪੈਸਾ ਕਮਾਈ ਜ਼ਿਆਦਾ ਹੋ ਗਈ, ਉਸ ਦੇ ਨਾਲ ਇਹ ਸਾਰਾ ਸਿਸਟਮ ਬੰਦ ਹੋ ਗਿਆ। ਹੁਣ ਦੀ ਜਿਹੜੀ ਪਾਲਿਸੀ ਹੈ, ਉਸ ਪਾਲਿਸੀ ਦੇ ਵਿੱਚ ਇਹ ਹੋਇਆ ਕਿ ਪਹਿਲਾਂ ਸਭ ਤੋਂ ਪਹਿਲਾਂ ਪੁਆਇੰਟ ਸੀਗੇ 40 ਪੁਆਇੰਟ, ਯੂਕੇ ਟਾਇਰ 4 ਲਈ 40 ਪੁਆਇੰਟ ਚਾਹੀਦੇ ਸੀਗੇ, ਹੁਣ ਉਹ ਪੁਆਇੰਟ ਬਦਲ ਕੇ 70 ਹੋ ਗਏ। ਆਪਾਂ ਜੋ ਲਾਸਟ ਇੰਟਰਵਿਊ ਕੀਤਾ ਸੀ ਉਹਦੇ 'ਚ ਆਪਾਂ ਕਲੀਅਰ ਕੀਤਾ ਸੀ ਜਿਹੜੇ 30 ਪੁਆਇੰਟ ਕੈਸ਼ ਲੈਟਰ ਦੇ ਹੈ ਹੁਣ ਤੋਂ ਪੁਆਇੰਟ 50 ਹੋ ਜਾਣਗੇ, ਜਿਹੜੇ 10 ਪੁਆਇੰਟ ਫੰਡਾਂ ਦੇ ਉਹ 10 ਪੁਆਇੰਟ ਹੀ ਰਹਿਣਗੇ, ਪਲੱਸ 10 ਪੁਆਇੰਟ ਇੰਗਲਿਸ਼ ਦੇ ਐਡ ਕਰਤੇ। ਇੰਗਲਿਸ਼ ਦੇ ਐਡ ਦਾ ਮਤਲਬ ਇਹ ਨਹੀਂ ਕਿ ਆਈਲੈਟਸ ਪੀਟੀ ਕੰਪਲਸਰੀ ਹੈ, ਯੂਨੀਵਰਸਿਟੀ ਦੇ ਉੱਤੇ ਡਿਸੀਜਨ ਹੈ ਕਿ ਉਸ ਦੇ ਬੱਚੇ ਨੂੰ ਵੇਵਰ ਕਿਸ ਬਿਹਾਫ 'ਤੇ ਦੇ ਰਿਹਾ। ਪਹਿਲਾਂ ਕਿਸੇ ਯੂਨੀਵਰਸਿਟੀ ਬਿਨਾਂ ਕਿਸੇ ਬੱਚੇ ਦੀ ਪਰਸੈਂਟੇਜ ਨੂੰ ਦੇਖ ਕੇ ਆਈਲੈਟਸ ਵੇਵਰ ਦੇ ਦਿੰਦਾ ਸੀ, ਹੁਣ ਉਹਨੂੰ ਵੇਵਰ ਦੇਖਣਾ ਪੈਣਾ ਕਿ ਅਗਰ ਉਹਨੇ ਵੇਵਰ ਦਿੱਤਾ ਉਹਨੂੰ ਲਿਖਣਾ ਪੈਣਾ ਮੈਂ ਇਸ ਬੱਚੇ ਨੂੰ ਵੇਵਰ ਕਿਉਂ ਦਿੱਤਾ, ਕਿਆ ਮੈਂ ਇਹਦਾ ਰਿਟਨ ਟੈਸਟ ਦਿੱਤਾ, ਕਿਆ ਮੈਂ ਇਹਦੀ ਸਕਾਈਪ ਇੰਟਰਵਿਊ ਲਿੱਤੀ। ਇਹ ਹੁਣ ਪਾਲਿਸੀ ਚੇਂਜ ਹੋਈ। ਬਸ ਇਹ ਜਿਹੜੇ 40 ਤੋਂ 70 ਪੁਆਇੰਟ ਦੀ ਪਾਲਿਸੀ ਬਣੀ ਹੈ, ਇਸ 70 ਪੁਆਇੰਟ ਦੀ ਪਾਲਿਸੀ ਲੱਗਦੀ ਬੜੀ ਸਿੰਪਲ ਹੈ, 50 ਪੁਆਇੰਟ ਕੈਸ਼ ਦੇ ਕਰਤੇ, 10 ਪੁਆਇੰਟ ਫੰਡਾਂ ਦੇ ਔਰ 10 ਪੁਆਇੰਟ ਆਪਣੇ ਜਿਹੜੇ ਹੈਗੇ ਇੰਗਲਿਸ਼ ਦੇ। ਬਟ ਹੁਣ ਸਾਰੀ ਪਾਵਰ ਹਾਈ ਕਮਿਸ਼ਨ ਕੋਲ ਚਲੀ ਗਈ। ਪਹਿਲਾਂ ਕੀ ਸੀ ਕਿ ਜਿਹਦੇ ਕੋਲ 40 ਪੁਆਇੰਟ ਹੁੰਦੇ ਸੀ ਉਹਨੂੰ ਕੈਸ਼ ਉਹਦਾ ਵੀਜ਼ਾ ਆਉਂਦਾ ਸੀਗਾ, ਉਹੀ ਸਾਨੂੰ ਲੱਗਦਾ ਸੀਗਾ ਏਜੰਟਾਂ ਨੂੰ ਕਿ 70 ਪੁਆਇੰਟ ਹੋਣਗੇ ਤੁਹਾਨੂੰ ਵੀਜ਼ਾ ਮਿਲੇਗਾ। ਹੁਣ ਹਾਈ ਕਮਿਸ਼ਨ ਨੇ ਜਿਹੜੀ ਪਾਲਿਸੀ ਬਣਾਈ ਹੈ, ਉਸ ਪਾਲਿਸੀ ਦੇ ਵਿੱਚ ਹਾਈ ਕਮਿਸ਼ਨ ਇਹ ਕਹਿੰਦੀ ਹੈ ਕਿ ਅਗਰ ਕੋਈ ਸਟੂਡੈਂਟ ਸਿੰਗਲ ਅਪਲਾਈ ਕਰਦਾ ਹੈ, ਯਾਨੀ ਅਗਰ ਕੋਈ +2 ਪਾਸ ਆਊਟ ਸਟੂਡੈਂਟ ਹੈ, ਸਿੰਗਲ ਅਪਲਾਈ ਕਰ ਰਿਹਾ ਹੈ,
ਉਹ ਸਿੰਗਲ ਜਦੋਂ ਅਪਲਾਈ ਕਰਦਾ ਹੈ 2017 ਪਾਸ ਆਊਟ ਬੱਚਾ ਹੈ 2016 ਪਾਸ ਆਊਟ ਬੱਚਾ ਹੈ, ਉਹਨੇ ਜਦੋਂ ਅਪਲਾਈ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਵਾਲ ਹੈ ਕਿ ਬੱਚੇ ਨੇ ਇੰਨੇ ਪੜ੍ਹਾਈ ਦੇ ਗੈਪ ਦੇ ਵਿੱਚ ਅਪਲਾਈ ਕਿਵੇਂ ਕੀਤਾ। ਕਿਉਂਕਿ ਪਹਿਲਾਂ ਕੀ ਸੀਗਾ, ਗੈਪ ਅਸੈਪਟੇਬਲ 1-2 ਸਾਲ ਦਾ ਸੀਗਾ। ਹੁਣ ਅਗਰ 2 ਸਾਲ ਦਾ ਵੀ ਗੈਪ ਹੈ ਤਾਂ ਹਾਈ ਕਮਿਸ਼ਨ ਨੂੰ ਦੱਸਣਾ ਪਏਗਾ ਵੀਜ਼ਾ ਆਫਿਸਰ ਨੂੰ ਕਿ ਇਸ ਬੱਚੇ ਨੇ 2 ਸਾਲ ਪੜ੍ਹਾਈ ਤੋਂ ਬਾਅਦ ਉਹਨੂੰ ਕਿਵੇਂ ਜਾਗਿਆ ਪੜ੍ਹਾਈ ਕਰਨ ਦਾ। ਦੂਸਰਾ, ਅਗਰ ਉਸ ਬੱਚੇ ਦੇ ਨੰਬਰ ਘੱਟ ਹੈ ਤਾਂ ਯੂਨੀਵਰਸਿਟੀ ਨੇ ਉਹਨੂੰ ਆਫਰ ਲੈਟਰ ਕਿਉਂ ਦਿੱਤੀ। ਅਗਰ ਯੂਨੀਵਰਸਿਟੀ ਨੂੰ ਆਫਰ ਲੈਟਰ ਦਿੱਤੀ ਤਾਂ ਕਿਸ ਆਧਾਰ ਤੇ ਕਿਆ ਉਹਦੀ ਇੰਟਰਵਿਊ ਲਿੱਤੀ, ਕਿਆ ਉਹਦਾ ਰਿਟਨ ਟੈਸਟ ਲਿੱਤਾ, ਇਹ ਚੀਜ਼ ਕਰਤੀ। ਤੀਸਰਾ ਜਿਹੜਾ ਸੀਗਾ 28 ਦਿਨ ਪੁਰਾਣੇ ਫੰਡਾਂ ਦਾ ਰੋਲ। ਹੁਣ ਹਾਈ ਕਮਿਸ਼ਨ ਕਹਿ ਰਹੀ ਹੈ ਕਿ ਅਗਰ ਤੁਹਾਡੇ ਕੋਲ 28 ਦਿਨ ਫੰਡ ਪੁਰਾਣੇ ਹੈਗੇ ਹੈ, ਸਾਨੂੰ ਉਹਦਾ ਵੀ ਸੋਰਸ ਮੰਗਾਂਗੇ ਕਿ ਉਹ ਪੈਸਾ ਤੁਹਾਡੇ ਕੋਲ ਕਿੱਥੋਂ ਆਇਆ। ਪਹਿਲਾਂ ਕੀ ਸੀਗਾ, ਕੰਸਲਟੈਂਟ ਪੈਸੇ ਲੈ ਕੇ ਫੰਡ ਸ਼ੋਅ ਕਰ ਦਿੰਦੇ ਸੀਗੇ, ਖਾਤੇ 'ਚ ਪੈਸੇ ਪਾਤੇ, 28 ਦਿਨ ਪੁਰਾਣੇ ਕੀਤੇ, ਵੀਜ਼ਾ ਅਪਲਾਈ ਕੀਤਾ, ਵੀਜ਼ਾ ਆ ਗਿਆ, ਵਿਆਜ ਮੋਟਾ ਲੈ ਲਿਆ। ਹੁਣ ਉਹ ਸਿਸਟਮ ਹੋ ਗਿਆ ਬੰਦ। ਹੁਣ ਕੀ ਹੈ, ਹੁਣ ਅਗਰ ਤੁਸੀਂ 28 ਦਿਨ ਪੁਰਾਣੇ ਫੰਡ ਕਰ ਵੀ ਦਿੱਤੇ ਹੈ ਬਟ ਤੁਹਾਨੂੰ ਉਹਦਾ ਫਿਰ ਵੀ ਸੋਰਸ ਦੇਣਾ ਪੈਣਾ, ਪੈਸਾ ਕਿੱਥੋਂ ਆਇਆ। ਇਹ ਇੱਕ ਬੇਸਿਕ 3 ਪਾਲਿਸੀ ਨੂੰ ਡਿਵਾਈਡ ਕਰਤਾ। ਅਗਰ ਹਾਈ ਕਮਿਸ਼ਨ ਨੂੰ ਤੁਹਾਡੀ ਫਾਈਲ ਦੇ ਵਿੱਚ ਕੋਈ ਡਾਊਟ ਹੈ, ਤੁਹਾਡੀ ਇੰਟਰਵਿਊ ਲਏਗਾ। ਯਾਨੀ ਅਗਰ ਪ੍ਰੋਫਾਈਲ ਸਿੱਧੀ ਨਹੀਂ ਹੈ ਤਾਂ ਉਹਨੂੰ ਇੰਟਰਵਿਊ ਆਏਗੀ। ਇੰਟਰਵਿਊ ਦੇ ਵਿੱਚ ਉਹਨੂੰ ਸਵਾਲ ਉਹੀ ਹੈ। ਪਹਿਲਾ ਸਵਾਲ, ਤੁਸੀਂ ਯੂਕੇ ਕਿਉਂ ਜਾਣਾ ਹੈ। ਯਾਨੀ ਕਿ ਜਿਹੜਾ ਪਹਿਲਾਂ ਸਟੂਡੈਂਟ ਨੂੰ ਪਤਾ ਹੀ ਨਹੀਂ ਸੀਗਾ ਮੈਂ ਯੂਕੇ ਜਾਣਾ ਹੈ, ਉਹਨੂੰ ਦੱਸਣਾ ਪਏਗਾ ਮੈਂ ਯੂਕੇ ਕਿਉਂ ਜਾਣਾ ਹੈ। ਜਿਹੜੀ ਯੂਨੀਵਰਸਿਟੀ 'ਚੋਂ ਪੜ੍ਹਨ ਜਾ ਰਿਹਾ ਉਹਨੇ ਇਹ ਵਾਲੀ ਯੂਨੀਵਰਸਿਟੀ ਕਿਉਂ ਚੂਜ਼ ਕੀਤੀ। ਹੁਣ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਉਹ ਇਹ ਹੈ ਕਿ ਅਗਰ ਮੰਨ ਲਓ ਕੋਈ ਬੰਦਾ ਮਿਡਲਸੈਕਸ ਯੂਨੀਵਰਸਿਟੀ ਜਾ ਰਿਹਾ, ਕੁਇੰਟਰੀ ਵਿੱਚ ਜਾ ਰਿਹਾ, ਉਹਨੇ ਪਰਟੀਕੂਲਰ ਉਹ ਯੂਨੀਵਰਸਿਟੀ ਕਿਉਂ ਚੂਜ਼ ਕੀਤੀ। ਅਗਰ ਉਹ ਯੂਨੀਵਰਸਿਟੀ ਚੂਜ਼ ਕੀਤੀ ਤਾਂ ਉਸ ਯੂਨੀਵਰਸਿਟੀ ਦੇ ਵਿੱਚ ਉਹਨੇ ਕੋਰਸ ਇਹ ਵਾਲਾ ਕਿਉਂ ਚੂਜ਼ ਕੀਤਾ, ਇਹ ਕੋਰਸ ਕਰਨ ਦਾ ਉਹਨੂੰ ਕੀ ਬੈਨੀਫਿਟ ਹੋਏਗਾ। ਕਿਆ ਜਿਹੜਾ ਇਹ ਵਾਲਾ ਕੋਰਸ ਹੈ ਤਾਂ ਇਸ ਯੂਨੀਵਰਸਿਟੀ 'ਚ ਅਗਰ ਬੱਚਾ ਕਰੇ, ਉਹਨੇ ਬਾਕੀ ਯੂਨੀਵਰਸਿਟੀ 'ਚ ਕੋਰਸ ਨਹੀਂ ਸੀਗਾ, ਉਹਨੇ ਇਹ ਲੋਕੇਸ਼ਨ ਕਿਉਂ ਚੂਜ਼ ਕੀਤੀ। ਤਾਂ ਹੁਣ ਉਹ ਸਾਰਾ ਪਾਰਟ ਇੰਟਰਵਿਊ ਦਾ ਪਾਰਟ ਹੋ ਗਿਆ। ਯਾਨੀ ਹਾਈ ਕਮਿਸ਼ਨ 2 ਤਰੀਕੇ ਨਾਲ ਵੀਜ਼ਾ ਦੇਗੀ, ਜਾਂ ਤਾਂ ਬੱਚੇ ਦੀ ਪ੍ਰੋਫਾਈਲ 'ਤੇ ਜਾਂ ਬੱਚੇ ਦੀ ਇੰਟਰਵਿਊ 'ਤੇ। ਇੰਟਰਵਿਊ ਤੋਂ ਬਿਨਾਂ ਅੰਬੈਸੀ ਵੀਜ਼ਾ ਰਿਫਿਊਜ਼ ਨਹੀਂ ਕਰੇਗੀ, ਯਾਨੀ ਅੰਬੈਸੀ ਨੂੰ ਇੰਟਰਵਿਊ ਲੈ ਕੇ ਰਿਫਿਊਜ਼ਲ ਦੇਣੀ ਪਏਗੀ। ਬਟ ਸਵਾਲ ਉਹਦੇ ਵਿੱਚ ਇੰਨੇ ਸਾਰੇ ਹੋਣਗੇ, ਮਤਲਬ ਜਿਹੜੇ ਹੁਣ ਏਜੰਟਾਂ ਨੂੰ ਤਾਂ ਨੁਕਸਾਨ ਹੋਣਾ ਹੀ ਹੋਣਾ, ਜਿਹੜੇ ਬੱਚਿਆਂ ਨੇ ਵੀ ਜਾਣਾ ਸੀਗਾ ਜਿਨ੍ਹਾਂ ਦੀ ਪ੍ਰੋਫਾਈਲ ਵੀਕ ਸੀ ਉਹਨਾਂ ਨੂੰ ਵੀ ਨੁਕਸਾਨ ਹੋਣਾ। ਸਰ 100% ਉਹਨਾਂ ਨੂੰ ਹੀ ਨੁਕਸਾਨ ਹੋਣਾ, ਕਿਉਂਕਿ ਸਟੂਡੈਂਟ ਦੀ ਹੁਣ ਜਿਹੜੀ ਇੰਟਰਵਿਊ ਪਾਰਟ ਹੈ ਉਹ ਹਾਰਡ ਹੋ ਜਾਏਗਾ, ਰਿਕੁਆਇਰਮੈਂਟ ਵੱਧ ਜਾਏਗੀ। ਸਿੰਗਲ ਸਟੂਡੈਂਟ ਜਿਹੜਾ ਜਾਂਦਾ ਸੀਗਾ ਉਹਨੂੰ ਜਸਟੀਫਿਕੇਸ਼ਨ ਦੇਣੀ ਪਏਗੀ। ਇਹ ਤਾਂ ਹੈਗਾ ਸਿੰਗਲ ਸਟੂਡੈਂਟ ਦਾ। ਹੁਣ ਜਿਹੜੇ ਸਟੂਡੈਂਟ ਸਪਾਊਸ ਵੀਜ਼ੇ ਲਈ ਜਾਂਦੇ ਆ, ਪਹਿਲਾਂ ਕੀ ਐਡ ਚੱਲ ਸੀ 1 ਦਿਨ ਪੁਰਾਣਾ ਵਿਆਹ, ਹੁਣ ਯੂਨੀਵਰਸਿਟੀ ਕਹਿੰਦੀ ਹੈ ਕਿ ਤੁਸੀਂ ਜਿਹੜੀ ਐਡ ਕਰ ਰਹੇ ਸੀਗੇ, ਆਪਾਂ ਜਿਹੜੀ ਐਡ ਪਬਲਿਕਲੀ ਚੱਲ ਰਹੀ ਹੈ 2012 ਪਾਸ ਹੋਣਾ, 10 ਸਾਲ ਦਾ ਗੈਪ ਹੈ, 15 ਸਾਲ ਦਾ ਗੈਪ ਹੈ, ਤੁਸੀਂ ਜਾ ਸਕਦੇ ਹੋ ਬੱਚਿਆਂ ਸਮੇਤ। ਉਹ ਕਹਿੰਦੇ ਹੈ ਕਿ ਅਗਰ ਕਿਸੇ ਬੱਚੇ ਨੇ ਸਪਾਊਸ ਨੇ ਜਾਣਾ ਹੈ, ਜਿਹੜਾ ਐਪਲੀਕੈਂਟ ਹੈ ਉਹਨੇ ਅਗਰ ਉਹਦਾ ਪੜ੍ਹਾਈ ਵਿੱਚ 5-7 10 ਸਾਲ ਦਾ ਗੈਪ ਹੈ, ਉਹਨੇ ਇਸ ਗੈਪ ਨੂੰ ਕਿਉਂ ਹੁਣ ਉਹਨੂੰ ਯਾਦ ਆਇਆ ਬਾਹਰ ਜਾਣਾ। ਪਹਿਲਾ ਸਵਾਲ ਕਿ ਕਿਆ ਇੰਨੇ ਪੜ੍ਹਾਈ ਦੇ ਗੈਪ ਤੋਂ ਬਾਅਦ ਤੁਹਾਨੂੰ ਹੁਣ ਕਿਉਂ ਯਾਦ ਆਇਆ ਬਾਹਰ ਜਾਣਾ। ਦੂਸਰਾ, ਜਿਹੜਾ ਸਪਾਊਸ ਹੈ, ਸਭ ਤੋਂ ਵੱਡਾ ਸਵਾਲ ਹੈ, ਜਿੰਨੇ ਵੀ ਪੰਜਾਬ ਦੇ ਵਿੱਚ ਸਟੂਡੈਂਟ ਜਾ ਰਿਹਾ ਸੀਗਾ ਸਪਾਊਸ ਸੀ, ਉਹਦੇ ਵਿੱਚੋਂ 100 ਦੇ ਵਿੱਚੋਂ 90% ਜਿਹੜੇ ਸਪਾਊਸ ਸੀ ਉਹ 12ਵੀਂ ਪਾਸ ਵੀ ਨਹੀਂ ਸੀ। ਹੁਣ ਸਵਾਲ ਦੂਸਰਾ, ਜਿਹੜਾ ਤੁਹਾਡਾ ਸਪਾਊਸ ਨਾਲ ਜਾ ਰਿਹਾ ਉੱਥੇ ਜਾ ਕੇ ਕਿਵੇਂ ਕਮਿਊਨੀਕੇਟ ਕਰੇਗਾ। ਕਿਆ ਤੁਹਾਡੇ ਕੋਲ ਇੰਨੇ ਫਾਈਨੈਂਸ਼ੀਅਲਸ ਹੈਗੇ ਹੈ ਕਿ ਤੁਸੀਂ ਆਪਣੇ ਸਪਾਊਸ ਨੂੰ ਸਪੋਰਟ ਕਰ ਸਕਦੇ ਸੀ। ਪਹਿਲਾਂ ਕੰਸਲਟੈਂਟ ਕੀ ਕਰਦਾ ਸੀਗਾ, ਕੰਸਲਟੈਂਟ ਸਿਰਫ ਔਰ ਸਿਰਫ ਲਿਖ ਦਿੰਦਾ ਸੀ ਮੇਰਾ ਸਪਾਊਸ ਮੇਰੇ ਨਾਲ ਕੰਪਨੀ ਕਰ ਰਿਹਾ ਹੈ। ਕਿਸ ਚੀਜ਼ ਦੀ ਕੰਪਨੀ ਕਰ ਰਿਹਾ, ਕਿਆ ਉੱਥੇ ਉਹਨੂੰ ਜੌਬ ਕਰੇਗਾ। ਅਗਰ ਜੌਬ ਨਹੀਂ ਹੈ ਤਾਂ ਇੰਡੀਆ ਤੋਂ ਕਿੱਦਾਂ ਪੈਸਾ ਜਾਏਗਾ। ਪਹਿਲਾਂ ਕੀ ਸੀਗਾ, 28 ਦਿਨ ਪੁਰਾਣੇ ਫੰਡ ਦੇ ਦਿਓ, ਫੰਡ ਦਾ ਸੋਰਸ ਦੱਸਣ ਦੀ ਲੋੜ ਨਹੀਂ। ਹੁਣ ਹਾਈ ਕਮਿਸ਼ਨ ਕਹਿੰਦੀ ਹੈ ਕਿ ਤੁਹਾਡੇ ਕੋਲ 28 ਦਿਨ ਪੁਰਾਣੇ ਫੰਡ ਹੈ, ਤੁਹਾਡੇ ਫਾਦਰ ਸਰਕਾਰੀ ਜੌਬ 'ਤੇ ਹੈ, ਐਗਰੀਕਲਚਰਿਸਟ ਹੈ, ਤੁਹਾਨੂੰ ਸਾਲਾਨਾ ਆਮਦਨ ਕਿੰਨੀ ਹੈ। ਐਗਜ਼ਾਮਪਲ ਦੇ ਤੌਰ 'ਤੇ ਮੰਨ ਲਓ ਕਿਸੇ ਪੇਰੈਂਟਸ ਨੂੰ 10 ਲੱਖ ਰੁਪਏ ਆਮਦਨ ਹੈ, 10 ਲੱਖ ਰੁਪਏ ਦੀ ਆਮਦਨ ਹੈ ਤਾਂ ਉਹ 7 ਲੱਖ ਦੀ ਰਿਟਰਨ ਭਰਦਾ ਹੈ। ਉਹਦੇ ਕੋਲੋਂ ਆਪਣੇ ਬੱਚੇ ਦੀ ਪੜ੍ਹਨ ਦੀ 12 ਲੱਖ ਜਾਂ 13 ਲੱਖ ਸਾਲ ਦੀ ਫੀਸ ਕਿੱਥੋਂ ਆਏਗੀ। ਤਾਂ ਉਹਦੇ ਵਿੱਚ ਹੁਣ ਉਹ ਸਵਾਲ ਆ ਗਿਆ ਕਿ ਤੁਹਾਡੇ ਕੋਲ ਇਨਕਮ ਸੋਰਸ ਕੀ ਹੈ। ਜਿਵੇਂ ਆਸਟ੍ਰੇਲੀਆ ਵਿੱਚ GTE ਹੁੰਦਾ ਹੈ, ਉੱਦਾਂ ਹੀ ਹੁਣ UK ਦੇ ਵਿੱਚ ਆ ਗਿਆ ਕਿ ਤੁਹਾਡੇ ਕੋਲ ਫੰਡ ਹੋਣੇ ਵੀ ਚਾਹੀਦੇ ਹੈ, ਫੰਡਾਂ ਦਾ ਸੋਰਸ ਵੀ ਚਾਹੀਦਾ, ਅਤੇ ਨਾਲੋਂ ਨਾਲ ਫੰਡ ਅਗਲੇ ਸਮੈਸਟਰਾਂ ਦੀ ਫੀਸਾਂ। ਅਤੇ ਅਗਰ ਸਪਾਊਸ ਨਾਲ ਜਾ ਰਿਹਾ ਉਹ ਫਾਈਨੈਂਸ਼ੀਅਲ ਕਿੱਦਾਂ ਸਪੋਰਟ ਕਰੇਗਾ, ਕਿਉਂਕਿ ਉਹਨਾਂ ਨੂੰ ਇਹ ਚੀਜ਼ ਸਮਝ ਆ ਗਈ ਕਿ ਅਗਰ ਸਟੂਡੈਂਟ ਨਾਲ ਜਾ ਰਿਹਾ ਹੈ ਤਾਂ ਸਪਾਊਸ ਸਿਰਫ ਔਰ ਸਿਰਫ ਉਹਦੇ ਨਾਲ ਇਸ ਲਈ ਜਾ ਰਿਹਾ ਕਿਉਂਕਿ ਉਹਨੇ 'ਤੇ ਪੈਸਾ ਕਮਾਉਣਾ ਹੈ। ਈਵਨ ਕਿ ਸਪਾਊਸ ਨੂੰ ਇੰਨਾ ਵੀ ਨਹੀਂ ਪਤਾ ਹੁੰਦਾ ਕਿ ਮੇਰੀ ਵਾਈਫ ਕਿਹੜੀ ਯੂਨੀਵਰਸਿਟੀ ਜਾ ਰਹੀ ਹੈ, ਉਹਨੇ ਇਹ ਯੂਨੀਵਰਸਿਟੀ ਕਿਉਂ ਚੂਜ਼ ਕੀਤੀ,
ਪਹਿਲਾਂ ਕੀ ਹੁੰਦਾ ਸੀ, ਸਪਾਊਸ ਕੇਸ ਇਕੱਠੇ ਵੀਜ਼ਾ ਮਿਲਦਾ ਸੀ। ਪਰ ਅੱਜ ਕੱਲ੍ਹ ਤਾਂ ਆਪਾਂ ਇਹ ਵੀ ਦੇਖਣ ਨੂੰ ਮਿਲਦਾ ਸੀਗਾ ਨਾ ਕਿ ਵਿਆਹ ਹੀ ਲੋਕ ਬਾਹਰ ਜਾਣ ਪਿੱਛੇ ਕਰਾਉਂਦੇ ਸੀ, ਕੰਟਰੈਕਟ ਮੈਰਿਜਸ ਹੋਣ ਲੱਗ ਗਈਆਂ ਸੀਗੀਆਂ। ਕੋਈ ਪਤਾ ਨਹੀਂ ਵੀ ਕਿਹੜੇ ਸ਼ਹਿਰ ਦੇ ਵਿੱਚ ਜਾਣਾ, ਬਸ ਬਾਹਰ ਜਾਣਾ, ਵਿਆਹ ਕਰਾ ਲਓ, ਕੁੜੀ ਮੈਨੂੰ ਬਾਹਰ ਲੈ ਜਾਊਗੀ ਜਾਂ ਮੁੰਡਾ ਮੈਨੂੰ ਬਾਹਰ ਲੈ ਜਾਏਗਾ, ਇਹੀ ਸਭ ਚੱਲਦਾ ਸੀਗਾ। ਬਿਲਕੁਲ ਇਹੀ ਸਭ ਚੱਲਦਾ ਸੀ। ਹੁਣ ਇਸ ਤੇ ਅੱਜ ਖਤਮ ਹੋ ਗਿਆ ਕੰਮ। ਯੂਕੇ ਦੇ ਵਿੱਚ ਬੱਚਾ ਹੁਣ ਉਹੀ ਜਾਏਗਾ। ਦੇਖੋ ਪਾਲਿਸੀ ਬਦਲੀ ਹੈ, ਪਾਲਿਸੀ ਸਟੂਡੈਂਟ ਲਈ ਵਧੀਆ ਹੈ, ਜਿਹੜੇ ਸਟੂਡੈਂਟ ਜੈਨੂਅਨ ਹੈ। ਪਾਲਿਸੀ ਕਿੰਦੇ ਲਈ ਖਰਾਬ ਹੈ? ਜਿਹੜੀ ਮਾਰੀ ਐਡ ਚੱਲ ਰਹੀ ਸੀ, ਜਿਹੜੇ ਸਟੂਡੈਂਟ ਕੰਟਰੈਕਟ ਮੈਰਿਜ ਵਾਲੇ ਪਾਸੇ ਸੀ, ਜਿਨ੍ਹਾਂ ਦਾ ਵਿਆਹ ਇੱਕ ਦਿਨ ਪੁਰਾਣਾ ਸੀ, ਜਿਨ੍ਹਾਂ ਪੜ੍ਹਾਈ ਵੀ 10 ਸਾਲ ਦਾ ਗੈਪ ਸੀ। ਅੱਜ ਜਿਹੜੀ ਸਟੂਡੈਂਟ ਨੂੰ ਹਰ ਚੀਜ਼ ਦੀ ਜਸਟੀਫਿਕੇਸ਼ਨ ਦੇਣੀ ਪਏਗੀ ਕਿ ਉਹਨੇ ਯੂਕੇ ਕਿਉਂ ਜਾਣਾ ਹੈ, ਉਹਨੇ ਕੋਰਸ ਕਿਉਂ ਚੂਜ਼ ਕੀਤਾ, ਉਹਦੇ ਕੋਲ ਪੈਸੇ 28 ਦਿਨ ਪੁਰਾਣੇ ਕਿੱਥੋਂ ਆਏ, ਉਹਦੇ ਕੋਲੋਂ ਅਗਲੇ ਸਾਲ ਪੈਸੇ ਕਿੱਥੋਂ ਆਣਗੇ। ਇਹ ਸਾਰੇ ਸੋਰਸ ਦੇ ਨਾਲ ਹੁਣ ਵੀਜ਼ਾ ਆਏਗਾ। ਤੇ ਅੱਜ ਦੀ ਰੇਟ ਵਿੱਚ ਜਿਹੜੀ ਉਹ ਐਡ ਚੱਲ ਰਹੀ ਸੀਗੀ, ਹੋਰ ਆਉਣ ਵਾਲੇ 2-4 ਦਿਨਾਂ ਵਿੱਚ ਤੁਹਾਨੂੰ ਐਡ ਬੰਦ ਹੋ ਜਾਏਗੀ ਔਰ ਫਿਰ ਤੋਂ ਦੁਬਾਰਾ ਕੋਈ ਨਵੇਂ ਮੁਲਕ ਦੀ ਐਡ ਸ਼ੁਰੂ ਹੋ ਜਾਏਗੀ। ਮੈਂ ਨਹੀਂ ਜੀ ਤੁਹਾਡੀ ਗੱਲ ਕਰਦਾ, ਤੁਹਾਡੇ ਹਿਸਾਬ ਦੇ ਨਾਲ ਇਹ ਪਾਲਿਸੀ ਤੋਂ ਤੁਸੀਂ ਖੁਸ਼ ਹੋ ਜਾਂ ਤੁਹਾਨੂੰ ਵੀ ਲੱਗਦਾ ਨੁਕਸਾਨ ਹੋਇਆ ਸਾਡਾ? ਦੇਖੋ ਤੁਸੀਂ ਸਾਡੀ ਐਡ ਦੇਖੋ, ਸਾਡੀ ਕਿਸੇ ਵੀ ਐਡ ਵਿੱਚ ਕਿਸੇ ਵੀ ਚੀਜ਼ ਦੇ ਉੱਤੇ ਕਿਤੇ ਇਹ ਨਹੀਂ ਲਿਖਿਆ ਕਿ 2 ਲੱਖ ਹੀ ਜਾਓ, ਕਿਤੇ ਇਹ ਨਹੀਂ ਲਿਖਿਆ ਇੱਕ ਦਿਨ ਪੁਰਾਣੇ ਵਿਆਹ ਤੇ ਜਾਓ, ਕਿਤੇ ਨਹੀਂ ਲਿਖਿਆ ਕਿ ਫੰਡਾਂ ਦੀ ਲੋੜ ਨਹੀਂ। ਜੋ ਪਾਲਿਸੀ ਜਿੱਦਾਂ ਦੇ ਸਟੂਡੈਂਟ ਸਾਡੇ ਕੋਲ ਆਉਂਦੇ ਸੀ, ਸਾਡੇ ਕੋਲ ਆਲਮੋਸਟ ਕਾਫੀ ਕੇਸਿਸ ਜਨਵਰੀ ਦੇ ਇਨਰੋਲਡ ਹੈ। ਅੱਜ ਸਵੇਰੇ ਉਹ ਸਾਰਾ ਚੈੱਕ ਕੀਤਾ, ਸਾਡੇ ਮੋਰ ਦੈਨ 90% ਸਟੂਡੈਂਟ ਜਿਹੜੇ ਆ ਸਾਡੇ ਨਾਲ ਕੰਟੀਨਿਊ ਹੈ, ਕਿਉਂਕਿ ਗਵਰਨਮੈਂਟ ਅੱਜ ਦੀ ਪਾਲਿਸੀ ਮੁਤਾਬਿਕ ਫੁੱਲਫਿਲ ਹੈ। ਯਾਨੀ ਸਾਨੂੰ ਇਸ ਚੀਜ਼ ਦੇ ਉੱਤੇ ਤਾਂ ਡਰ ਨਹੀਂ ਹੈ। ਪਰ ਕਿਤੇ ਨਾ ਕਿਤੇ ਕਿਉਂਕਿ ਪਾਲਿਸੀ ਆ ਗਈ, ਹੁਣ ਫਿਰ ਬਾਜ਼ਾਰ ਗਰਮ ਹੋਏਗਾ, ਐਡ ਬਦਲ ਜਾਏਗੀ, ਹਰ ਬੰਦਾ ਸ਼ੋਅ ਕਰੇਗਾ, ਹਰ ਬੰਦਾ ਚੀਜ਼ ਨੂੰ ਸਮਝਾਏਗਾ। ਬਟ ਇਹ ਸਾਰੀ ਜਿਹੜੀ ਪਾਲਿਸੀ ਹੈ, ਇਹ ਸਾਰੀ ਪਾਲਿਸੀਜ਼ ਪੜ੍ਹ ਕੇ ਇਹੀ ਸਮਝ 'ਚ ਆਇਆ ਉਹ ਸਾਰੀ ਕੈਟੇਗਰੀ ਬੰਦ ਹੋ ਗਈ ਜਿਹੜੀ ਮਾੜੀ ਐਡ ਚੱਲ ਰਹੀ ਸੀ। ਹਨੀਸ਼ ਜੀ, ਪੰਜਾਬੀ ਬੜੇ ਜਗਾੜੀ ਹੁੰਦੇ ਨੇ, ਤੁਹਾਨੂੰ ਨਹੀਂ ਲੱਗਦਾ ਏਜੰਟ ਇਹਦਾ ਵੀ ਕੋਈ ਨਾ ਕੋਈ ਜਗਾੜ ਲੱਭ ਹੀ ਲੈਣਗੇ? ਦੇਖੋ ਉਹ ਜਿਹੜਾ ਏਜੰਟ ਜਗਾੜੀ ਹੁੰਦੇ ਹੈ, ਪੰਜਾਬੀ ਜਗਾੜੀ ਹੁੰਦੇ ਹੈ, ਪਰ ਜਿਹੜੀ ਜਿਹੜੀ ਪਾਲਿਸੀ ਬਣ ਕੇ ਆਈ ਹੈ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਦਾ ਇੱਕ ਨਿਚੋੜ ਹੈ। ਤੇ ਬਣਾਉਣ ਵਾਲੇ ਨੇ ਪਾਲਿਸੀ ਬਹੁਤ ਵਧੀਆ ਬਣਾਈ ਹੈ, ਕਿਉਂਕਿ ਉਹਨਾਂ ਨੇ ਯੂਕੇ ਨੂੰ ਲੌਂਗ ਟਰਮ ਚਲਾਉਣਾ ਹੈ। ਪਰ ਦੇਖੋ ਯੂਕੇ ਇੱਕ ਬਹੁਤ ਅੱਛੀ ਕੰਟਰੀ ਲੱਗਦਾ ਕਿ ਇਹ ਵੀ ਪਾਲਿਸੀ ਕਿਸੇ ਪੰਜਾਬੀ ਨਹੀਂ ਬਣਾਇਆ ਜਿਹਨੂੰ ਆ ਸਾਰੇ ਜਗਾੜ ਪਤਾ ਸੀਗੇ। ਬਿਲਕੁਲ ਦੇਖੋ ਐਡ ਹੈ, ਆਪਾਂ ਟੀਵੀ ਤੇ ਐਡ ਦੇਖ ਰਹੇ ਹਾਂ, ਤੁਸੀਂ ਦੇਖ ਰਹੇ ਹੋ, ਮੈਂ ਦੇਖ ਰਹੇ ਹੋ, ਜਿਹੜੇ ਬੰਦੇ ਨੇ ਨਹੀਂ ਜਾਣਾ ਉਹ ਵੀ ਐਡ ਦੇਖ ਰਿਹਾ। ਤਾਂ ਹਾਈ ਕਮਿਸ਼ਨ ਦੇ ਵਿੱਚ ਬੰਦੇ ਸਾਡੇ ਵਰਗੇ, ਤੁਹਾਡੇ ਮੇਰੇ ਵਰਗੇ ਲੋਕ ਬੈਠੇ ਆ, ਐਡ ਦੇਖ ਰਹੇ ਆ, ਦੇਖ ਕੇ ਹੱਸਦੇ ਹੋਣੇ ਆ ਕਿ ਭਰਾ 2 ਲੱਖ ਹੀ ਤਾਂ ਕੋਈ ਯੂਕੇ ਜਾ ਨਹੀਂ ਸਕਦਾ, ਇਹ ਐਡ ਕਿੰਨੇ ਚਲਾਤੀ। ਤਾਂ ਕਿਤੇ ਨਾ ਕਿਤੇ ਉਹ ਸਾਰੀ ਪਾਲਿਸੀ ਨੂੰ ਬਣ ਕੇ ਜਿਹੜੀ ਪਾਲਿਸੀ ਬਣੀ ਹੈ ਸਟੂਡੈਂਟ ਲਈ ਵਧੀਆ ਹੈ, ਪਰ ਉਹਨਾਂ ਲਈ ਵਧੀਆ ਜਿਹੜੇ ਜੈਨੂਅਨ ਸਟੂਡੈਂਟ ਹੈ। ਜਿਵੇਂ ਕੈਨੇਡਾ 'ਚ ਜੈਨੂਅਨ ਸਟੂਡੈਂਟ ਜਾਂਦਾ ਪਿਆ, ਆਸਟ੍ਰੇਲੀਆ ਜਾਂਦਾ ਪਿਆ, ਯੂਕੇ 'ਚ ਹੁਣ ਜੈਨੂਅਨ ਹੀ ਜਾਏਗਾ। ਤਾਂ ਕਿਤੇ ਨਾ ਕਿਤੇ ਪਾਲਿਸੀ ਵਧੀਆ ਹੈ। ਬੱਚਿਆਂ ਵਾਸਤੇ ਕੀ ਸਲਾਹ ਹਨੀਸ਼ ਜੀ, ਜਿਹੜੇ ਬੱਚਿਆਂ ਨੇ ਹੁਣ ਅਪਲਾਈ ਕਰਨਾ ਸੀਗਾ, ਹੁਣ ਇਹ ਦੇਖ ਕੇ ਇੱਕ ਵਾਰੀ ਪਾਲਿਸੀ ਸੁਣ ਕੇ ਡਰ ਵੀ ਜਾਣਗੇ ਵੀ ਸਾਡਾ ਹੁਣ ਕੀ ਹੋਏਗਾ, ਵੀ ਯੂਕੇ ਸਖਤ ਹੋ ਗਿਆ, ਕੀ ਤੁਹਾਡੀ ਕੀ ਸਲਾਹ ਹੈ ਬੱਚਿਆਂ? ਸਭ ਤੋਂ ਦੇਖੋ ਜਿਹੜਾ ਇਨਟੇਕ ਨਿਕਲ ਗਿਆ, ਹੁਣ ਸਤੰਬਰ ਦੀਆਂ ਰਿਫਿਊਜ਼ਲਾਂ ਦਬਾ ਕੇ ਆਉਣਗੀਆਂ ਜਿਹੜੇ ਫਾਈਲਾਂ ਲੱਗੀਆਂ ਹੋਈਆਂ। ਕਿਉਂਕਿ ਇਹ ਵੀ ਤੁਹਾਨੂੰ ਕਲੀਅਰ ਕਰ ਦੇਣਾ, ਲੋਕ ਜਿਹੜੀ ਐਡ ਸੀਗੀ ਕਿ ਲਾਸਟ ਚਾਂਸ ਉਹਨੇ ਅਪਲਾਈ ਕਰ ਲਓ, ਰੂਲ ਬਦਲ ਰਹੇ ਆ। ਜਿਸ ਦਿਨ ਜਿਨ੍ਹਾਂ ਦੀ ਫਾਈਲਾਂ ਐਸੀ 'ਚ ਉਹ ਵੀ ਸਰੂਲ ਵਿੱਚ ਆ ਗਏ, ਜਿਨ੍ਹਾਂ ਨੇ ਫਾਈਲ ਲਗਾਉਣੀ ਹੈ ਉਹ ਵੀ ਸਰੂਲ ਵਿੱਚ ਆ ਗਏ, ਜਿਨ੍ਹਾਂ ਨੇ ਅੱਗੇ ਲਗਾਉਣੀ ਉਹ ਵੀ ਰੂਲ ਵਿੱਚ ਆ ਗਏ। ਯਾਨੀ ਕਿ ਉਹ ਸਿਸਟਮ ਨਹੀਂ ਸੀਗਾ ਕਿ ਤੁਹਾਡਾ ਲਾਸਟ ਚਾਂਸ ਹੈ ਅੱਜ ਹੀ ਅਪਲਾਈ ਕਰ ਦਿਓ। ਯਾਨੀ ਕਿ ਜਿਨ੍ਹਾਂ ਦੀ ਫਾਈਲਾਂ ਐਮਬੈਸੀ 'ਚ ਹੈ ਉਹਨਾਂ ਸਟੂਡੈਂਟ ਦੀਆਂ ਹੁਣ ਇੰਟਰਵਿਊ ਆਉਣਗੀਆਂ। ਜਿਨ੍ਹਾਂ ਦੇ ਸਪਾਊਸ ਵੀਜ਼ੇ ਐਮਬੈਸੀ 'ਚ ਹੈ ਉਹਨਾਂ ਦੇ ਵੀਜ਼ਾ ਦੇ ਚਾਂਸਿਸ ਘਟਣਗੇ, ਜਿਨ੍ਹਾਂ ਦੇ ਪੁਰਾਣੇ ਵਿਆਹ ਨਹੀਂ ਹੈ ਉਹਨਾਂ ਦੀ ਰਿਫਿਊਜ਼ਲਾਂ ਦੇ ਚਾਂਸਿਸ ਵਧਣਗੇ, ਔਰ ਜਿਨ੍ਹਾਂ ਨੇ ਘੱਟ ਪਾਉਂਡ ਦੇ ਕੇ ਵੀਜ਼ੇ ਅਪਲਾਈ ਕੀਤੇ ਉਹਨਾਂ ਦੇ ਵੀਜ਼ੇ ਆਉਣ ਦੇ ਚਾਂਸਿਸ ਘੱਟ ਹੈ। ਮਤਲਬ ਤੁਸੀਂ ਮੰਨਦੇ ਹੋ ਹੁਣ ਰਿਫਿਊਜ਼ਲ ਦੀ ਰੇਸ਼ੋ ਵਧੇਗੀ ਯੂਕੇ ਦੇ ਵੀਜ਼ਿਆਂ ਦੀ? ਦੇਖੋ ਜਿਹੜੇ ਮਾੜੇ ਪਿੱਛੇ ਵੀਜ਼ੇ ਆ ਰਹੇ ਸੀ ਉਹ ਸਾਰੇ ਬੰਦ ਹੋ ਜਾਣਗੇ, ਹੁਣ ਰਿਫਿਊਜ਼ਲਾਂ ਦੀ ਰੇਸ਼ੋ ਵਧੇਗੀ। ਬਟ ਜਿਹੜੇ ਹੁਣ ਸਟੂਡੈਂਟ ਨੇ ਜਨਵਰੀ 2021 ਲਈ ਅਪਲਾਈ ਕਰਨਾ, ਉਹਨੂੰ 3 ਗੱਲਾਂ ਦਾ ਧਿਆਨ ਰੱਖਣਾ ਪੈਣਾ। ਪਹਿਲਾ, ਅੱਛੀ ਯੂਨੀਵਰਸਿਟੀ ਲੱਭੋ। ਦੂਸਰਾ, ਘੱਟ ਤੋਂ ਘੱਟ 6 ਮਹੀਨੇ ਦੀ ਫੀਸ ਭਰੋ। ਪਰ ਉਹਦੇ ਵਿੱਚ ਹੁਣ ਜਿਸ ਤਰ੍ਹਾਂ ਦੀ ਪਾਲਿਸੀ ਸੁਣਨ ਵਿੱਚ ਆ ਰਿਹਾ, ਇੰਟਰਨਲ ਯੂਨੀਵਰਸਿਟੀਜ਼ ਇਨਫੋਰਮੇਸ਼ਨ ਸ਼ੇਅਰ ਕਰ ਰਹੀ ਹੈ, ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਆਉਣ ਵਾਲੇ ਟਾਈਮ ਯੂਕੇ ਦੇ ਵਿੱਚ ਸਾਲ ਦੀ ਟਿਊਸ਼ਨ ਫੀਸ ਹੀ ਜਾਏਗੀ। 6 ਮਹੀਨੇ ਦੀ ਪਾਲਿਸੀ ਬੰਦ ਹੋਣ ਲੱਗੀ ਹੈ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਹੈ। ਯੂਨੀਵਰਸਿਟੀ ਵਧੀਆ ਲੱਭੋ, ਕੋਰਸ ਸੋਚ ਸਮਝ ਕੇ ਲਓ। ਪਹਿਲਾਂ ਕੰਸਲਟੈਂਟ ਕੋਲ ਜਾਂਦੇ ਸੀ, ਕੋਰਸ ਵੀ ਨਹੀਂ ਪੁੱਛਦੇ ਸੀ, ਭੇਜ ਦਿਓ ਯੂਕੇ। ਕਿਹੜੇ ਕੋਰਸ ਲਈ ਪਤਾ ਹੀ ਨਹੀਂ, ਬੰਦਾ ਬੀਟੈਕ ਹੈ ਉਹਨੂੰ MBA ਕੋਰਸ ਦੇ ਦਿਓ, ਬੰਦਾ BA ਹੈ ਉਹਨੂੰ MBA ਦੇ ਦਿਓ, ਹਰ ਬੰਦੇ ਨੂੰ MBA ਦੇ ਦਿਓ। ਬੱਚਾ +2 ਵਾਲੋਂ ਬਿਜ਼ਨਸ ਦੇ ਦਿਓ। ਉਹ ਸਿਸਟਮ ਬੰਦ ਹੈ ਹੁਣ ਬੱਚੇ ਯੂਨੀਵਰਸਿਟੀ, ਬੱਚੇ ਦਾ ਕੋਰਸ ਔਰ ਉਹਦੇ ਫੰਡ ਉਹਦੇ ਕੋਲ ਜੈਨੂਅਨ ਹੋਣ। ਫੰਡਾਂ ਦੇ ਚੱਕਰ ਵਿੱਚ ਲੱਖਾਂ ਰੁਪਏ ਹੁਣ ਜਿਹੜੇ ਹੈ ਬਰਬਾਦ ਨਾ ਕਰਨ। ਔਰ ਕਿਤੇ ਨਾ ਕਿਤੇ ਸਭ ਤੋਂ ਅਖੀਰਲਾ ਪੁਆਇੰਟ ਇੰਟਰਵਿਊ।
ਹੁਣ ਬੱਚੇ ਦਾ ਅਗਰ ਪੜ੍ਹਾਈ ਵਿੱਚ ਗੈਪ ਹੈ ਉਹਨੂੰ ਜਸਟੀਫਿਕੇਸ਼ਨ ਦੇਣੀ ਪਏਗੀ। ਅਗਰ ਉਹਦੇ ਵਿੱਚ ਪੜ੍ਹਾਈ ਦੇ ਵਿੱਚ ਉਹਨੇ ਗੈਪ ਵਿੱਚ ਕੁਝ ਕੀਤਾ ਉਹਨੂੰ ਪ੍ਰੂਫ ਨਾਲ ਲਗਾਉਣੇ ਪੈਣੇ। ਇਕੱਲਾ ਇੱਕ ਲੈਟਰ ਹੈਡ ਤੇ ਐਕਸਪੀਰੀਅੰਸ ਪ੍ਰਿੰਟ ਕਰਕੇ ਨਹੀਂ ਹੋਣਾ। ਹੁਣ ਲੈਟਰ ਹੈਡ ਦੇ ਨਾਲ ਐਕਸਪੀਰੀਅੰਸ ਦੇ ਨਾਲ ਸੈਲਰੀ ਸਟੇਟਮੈਂਟ ਵੀ ਚਾਹੀਦੀ ਹੈ, ITR ਵੀ ਚਾਹੀਦੀਆਂ। ਔਰ ਸਭ ਤੋਂ ਵੱਡੀ ਗੱਲ, ਜਿਹੜਾ ਬੱਚਾ ਜਿਹੜੇ ਕੋਰਸ ਪੜ੍ਹਨ ਲਈ ਜਾ ਰਿਹਾ UK ਦੀ 3 ਸਾਲ ਦੀ ਅਗਰ +2 ਵਾਲੇ ਬੱਚੇ ਦੀ ਪੜ੍ਹਾਈ 35 ਤੋਂ 40 ਲੱਖ ਰੁਪਏ ਦੀ ਹੈ, ਉਹ 40 ਲੱਖ ਰੁਪਏ ਕੀ ਜੁਗਾੜ ਹੈ ਤੁਹਾਡੇ ਕੋਲ, ਕਿੱਥੋਂ ਆਣਗੇ ਪੈਸੇ, ਉਹ ਵੀ ਦੱਸਣਾ ਪਏਗਾ। ਅਗਰ ਸਪਾਊਸ ਨਾਲ ਜਾ ਰਿਹਾ ਹੈ ਤਾਂ ਨਾਲ ਕਿਉਂ ਜਾ ਰਿਹਾ ਹੈ, ਅਗਰ ਵਿਆਹ ਇੱਕ ਦਿਨ ਪੁਰਾਣਾ ਕਿੱਦਾਂ ਪੁਰਾਣਾ ਹੋ ਗਿਆ, ਤਾਂ ਉਹ ਸਾਰੀ ਗੱਲਾਂ ਹੁਣ ਬੱਚਿਆਂ ਨੂੰ ਸੋਚ ਸਮਝ ਕੇ ਕਰਨੀ ਪੈਣੀ। ਸਭ ਤੋਂ ਵੱਧ ਜਿਨ੍ਹਾਂ ਨੇ UK ਜਾਣਾ ਆਪਣੀ ਪ੍ਰੋਫਾਈਲ ਵਧੀਆ ਤਰੀਕੇ ਨਾਲ ਬਣਾ ਕੇ ਲਗਾਉਣ, ਤਾਂ ਹੀ ਵੀਜ਼ਾ ਆਏਗਾ। UK ਅਦਰਵਾਈਜ਼ ਸਭ ਦੇ ਲਈ ਬੰਦ ਹੈ ਹੁਣ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਵਿਜ਼ਨ ਗਰੁੱਪ ਤੋਂ ਇਮੀਗ੍ਰੇਸ਼ਨ ਐਕਸਪਰਟ ਹਨੀਸ਼ ਉੱਪਲ ਜੀ। ਜੇਕਰ ਤੁਸੀਂ UK ਜਾਣਾ ਚਾਹੁੰਦੇ ਹੋ ਤਾਂ ਹਨੀਸ਼ ਜੀ ਦੀਆਂ ਇਹ 3 ਗੱਲਾਂ ਆਪਣੇ ਬੰਨ ਲਓ, ਕਿਉਂਕਿ ਇਹਨਾਂ 3 ਚੀਜ਼ਾਂ ਤੋਂ ਬਿਨਾਂ ਤੁਸੀਂ ਨਹੀਂ ਜਾ ਸਕਦੇ। UK ਪ੍ਰੋਫਾਈਲ ਤੁਹਾਡੀ ਵਧੀਆ ਹੋਣੀ ਚਾਹੀਦੀ ਹੈ, ਕਿਉਂਕਿ UK ਹੁਣ ਸਖਤ ਹੋ ਗਿਆ। ਜਿਸ ਤਰ੍ਹਾਂ ਪਹਿਲਾਂ ਹੀ ਹਨੀਸ਼ ਜੀ ਨੇ ਭਵਿੱਖਬਾਣੀ ਕਰ ਦਿੱਤੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ UK ਆਪਣੀਆਂ ਪਾਲਿਸੀਆਂ ਨੂੰ ਸਖਤ ਕਰੇਗਾ, ਅਤੇ ਜਿਸ ਤਰ੍ਹਾਂ ਹੁਣ ਉਸੇ ਤਰ੍ਹਾਂ ਹੀ UK ਨੇ ਆਪਣੀਆਂ ਪਾਲਿਸੀਆਂ ਨੂੰ ਸਖਤ ਕਰ ਦਿੱਤਾ। ਤਾਂ ਉਹ ਏਜੰਟ ਜੋ ਹੁਣ ਲੋਕਾਂ ਨੂੰ UK ਦੇ ਨਾਂ 'ਤੇ ਠੱਗਦੇ ਸੀਗੇ, ਉਹਨਾਂ ਦਾ ਵੀ ਜਿਹੜਾ ਕੰਮਕਾਰ ਹੈ ਬੰਦ ਹੋ ਗਿਆ। ਤਾਂ ਵਧੇਰੇ ਅਪਡੇਟਸ ਸੀ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਰਮਜੀਤ ਸਿੰਘ, ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ, ਲੁਧਿਆਣਾ ਟਾਈਮਜ਼। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।